ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਦੋਂ ਪੁੱਖੋ ਕਿ ਇਹ ਖਬਰ ਜਿਹੜੀ ਸੀ ਸਾਰੇ ਪਾਸੇ ਅੱਗ ਬੰਗ ਫੈਲ ਗਈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿਹੜੇ ਭੈਣ ਜੀ ਬੇਬੇ ਨਾਨਕੀ ਜੀ ਤੇ ਭਾਈਆ ਜਯਾ ਰਾਮ ਜੀ ਉਹ ਪੱਖੋ ਕੀ ਪਹੁੰਚ ਗਏ ਆ। ਬਸ ਇਹ ਖਬਰ ਸੁਣਦੇ ਸਾਰੀ ਬਹੁਤ ਸਾਰੇ ਜਿਹੜੇ ਲੋਕੀ ਸੀਗੇ ਉਹ ਸਾਰੇ ਜਿਹੜੇ ਸੀਗੇ ਮਾਤਾ ਸੁਲੱਖਣੀ ਜੀ ਨੂੰ ਖਬਰ ਦੇਣ ਲਈ ਪਹੁੰਚੇ। ਜਦ ਪਹੁੰਚੇ ਫਿਰ ਕੀ ਸੀ, ਉੱਥੇ ਖੁਸ਼ੀਆਂ ਦਾ ਇੱਕ ਤਾਂਤਾ ਲੱਗ ਗਿਆ। ਤੇ ਬਸ ਜੋ ਹੀ ਮਾਤਾ ਨਾਨਕੀ ਜੀ ਤਾਂਗੇ ਤੋਂ ਉਤਰ ਕੇ ਆਪਣੀ ਭਰਜਾਈ ਮਾਤਾ ਸੁਲੱਖਣੀ ਜੀ ਨੂੰ ਦੇਖਦਿਆਂ ਸਾਰੀ ਇੱਕ ਦੂਜੇ ਵੱਲ ਦੌੜੇ। ਤਾਂ ਬਸ ਇਉਂ ਕਹਿ ਲਓ ਕਿ ਜਿਵੇਂ ਚਿਹਰਾ ਤੋਂ ਵਿਛੜੇ ਹੋਏ ਦੋ ਜਿਹੜੇ ਆਤਮਕ ਜੀਵ ਹੈਗੇ ਆ, ਸੰਤ ਮਹਾਂਪੁਰਖ ਹੈਗੇ ਆ, ਉਹਨਾਂ ਦੀਆਂ ਆਤਮਾਵਾਂ ਇੱਕ ਦੂਸਰੇ ਦੇ ਨਾਲ ਕਿਵੇਂ ਜੁੜ ਗਈਆਂ ਹੈ, ਜਿਵੇਂ ਆਤਮਾ ਦੇ ਨਾਲ ਪਰਮਾਤਮਾ ਦਾ ਮਿਲਾਪ ਹੋ ਗਿਆ ਹੋਵੇ। ਇਸ ਤਰ੍ਹਾਂ ਕਾਫੀ ਦੇਰ ਗਲਬਕੜੀ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਧੀਰਜ ਦਿੱਤਾ ਅਤੇ ਆਖਿਆ ਕਿ ਮੈਨੂੰ ਨਾਨਕ ਵੀਰ ਦੀ ਯਾਦ, ਜਿਵੇਂ ਤੁਹਾਨੂੰ ਮੇਰੇ ਵੀਰ ਦੀ ਯਾਦ ਹਮੇਸ਼ਾ ਸਤਾਉਂਦੀ, ਇਸ ਤਰ੍ਹਾਂ ਹੀ ਆਪਣਾ ਦੋਨਾਂ ਦਾ ਹਾਲ ਹੈ। ਜਿਵੇਂ ਮੱਛੀ ਆ ਪਾਣੀ ਤੋਂ ਬਿਨਾਂ ਤੜਫਦੀ ਹੈ, ਇਸੇ ਤਰ੍ਹਾਂ ਸਾਡਾ ਜਿਹੜਾ ਜੀਵਨ ਹੈਗਾ ਉਹ ਵੀਰ ਤੋਂ ਬਿਨਾਂ ਅਧੂਰਾ ਹੈ, ਤੜਫਦਾ ਹੈਗਾ। ਉਸ ਤੋਂ ਬਾਅਦ ਫਿਰ ਭਾਈਆ ਜੈ ਰਾਮ ਜੀ ਜਿਹੜੇ ਸੀਗੇ ਉਹਨਾਂ ਨੂੰ ਫਿਰ ਜਿਹੜੇ ਮੂਲ ਚੰਦ ਸੀਗੇ ਉਹ ਆਪਣੇ ਪਾਸ ਲੈ ਗਏ। ਅਤੇ ਕਾਫੀ ਦੇਰ ਜਿਹੜੀਆਂ ਸੀਗੀਆਂ ਇੱਥੇ ਸੁਲਤਾਨਪੁਰ ਪਹਿਲਾਂ ਵਪਾਰ ਦੀਆਂ ਗੱਲਾਂ ਚੱਲੀਆਂ, ਫਿਰ ਘਰ ਪਰਿਵਾਰ ਦੀਆਂ ਗੱਲਾਂ ਚੱਲੀਆਂ। ਫਿਰ ਮੂਲ ਚੰਦ ਜੀ ਨੇ ਫਿਰ ਤਲਵੰਡੀ ਬਾਬਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਦਾ ਹਾਲ ਚਾਲ ਪੁੱਛੇ। ਇਹ ਤੱਕ ਜਿਹੜੀ ਸੀਗੀ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ ਬੜੇ ਸਹਿਜ ਦੇ ਵਿੱਚ ਹੋਈਆਂ। ਉਸ ਤੋਂ ਬਾਅਦ ਫਿਰ ਸਾਰਿਆਂ ਦੇ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਗਿਆ। ਪਰ ਬੇਬੇ ਨਾਨਕੀ ਦੀ ਜਿਹੜੀ ਨਜ਼ਰ ਸੀਗੀ ਉਹ ਬੇੜੇ 'ਚ ਘੁੰਮ ਰਹੀ ਸੀ ਅਤੇ ਉਹ ਚਾਹੁੰਦੇ ਸੀਗੇ ਕਿ ਮੈਨੂੰ ਬਾਬਾ ਸ਼੍ਰੀ ਚੰਦ ਜੀ ਅਜੇ ਤੱਕ ਦਿਖਾਈ ਨਹੀਂ ਦੇ ਰਹੇ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਬੇਬੇ ਨਾਨਕੀ ਜੀ ਦੀ ਜਿਹੜੀ ਭਰਜਾਈ ਆ ਮਾਤਾ ਸੁਲੱਖਣੀ ਜੀ, ਉਹਨਾਂ ਦੇ ਮਾਤਾ ਜੀ ਉਹ ਜਿਹੜੇ ਸੀਗੇ ਕੁਛ ਇਸ ਤਰੀਕੇ ਦੇ ਨਾਲ ਕਹਿਣ ਲੱਗੇ, ਅਜੇ ਵੀ ਮੇਰਾ ਲੱਗਦਾ ਹੈਗਾ ਜਾਂ ਤਾਂ ਅੰਦਰ ਚੌਂਕੜਾ ਮਾਰ ਕੇ ਬੈਠਾ ਹੋਊਗਾ ਅਤੇ ਜਾਂ ਅੰਦਰ ਸੁੱਤਾ ਹੋਊਗਾ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਨਹੀਂ, ਉਹ ਤਾਂ ਅੱਧੀ ਰਾਤ ਦੇ ਹੀ ਉੱਠ ਕੇ ਬੈਠ ਜਾਂਦੇ ਆ। ਜਦ ਇੰਨੀ ਗੱਲ ਹੋਈ ਅਤੇ ਉਹਨਾਂ ਦੀ ਮਾਤਾ ਬੇਬੇ ਚੰਦੂ ਰਾਣੀ ਜੀ ਕਹਿਣ ਲੱਗੇ, ਕਹਿੰਦੇ ਹਾਂ ਹਾਂ ਮੈਂ ਜਾਣਦੀ ਹੈਗੀ ਆ, ਬਸ ਪਹਿਲਾਂ ਤਾਂ ਸਾਰੀ ਰਾਤ ਸੌਣਾ ਨਹੀਂਗਾ, ਜਦ ਦਿਨ ਚੜ੍ਹਨਾ ਹੈਗਾ ਤਾਂ ਫਿਰ ਲੰਮੇ ਪੈ ਜਾਣਾ ਹੈ। ਉਸ ਤੋਂ ਬਾਅਦ ਨਾ ਕੁਛ ਖਾਣਾ ਨਾ ਪੀਣਾ, ਨਾ ਪੁੱਛਣਾ ਨਾ ਮੈਂ ਕੀ ਖਾਣਾ ਹੈ ਨਾ ਮੈਂ ਕੀ ਪੀਣਾ ਹੈ, ਬਸ ਫਿਰ ਚੁੱਪ ਚਪੀਤੇ ਬਾਹਰ ਨਿਕਲ ਜਾਣਾ ਹੈ। ਉੱਥੇ ਜਾ ਕੇ ਜਿਹੜੀਆਂ ਸਾਧੂਆਂ ਦੀਆਂ ਮੰਡਲੀਆਂ ਹੈਗੀਆਂ ਉਹਨਾਂ ਦੇ ਵਿੱਚ ਜਾ ਕੇ ਫਿਰ ਬੈਠ ਕੇ ਸਾਰਾ ਦਿਨ ਜਿਹੜੇ ਇਹ ਗਿਆਨ ਚਰਚਾ ਕਰੀ ਜਾਣੀ ਹੈਗੀ ਆ। ਇਹੋ ਜਿਹਾ ਹਾਲ ਹੈਗਾ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਬੀਬੀ ਨਾਨਕੀ ਜੀ ਕਹਿਣ ਲੱਗੇ ਕਿ ਸ਼੍ਰੀ ਚੰਦ ਜੀ ਤਾਂ ਆਪਣੇ ਪਿਤਾ ਬਾਬੇ ਨਾਨਕ ਜੀ ਦੇ ਜਿਹੜੇ ਦੱਸੇ ਮਾਰਗ ਆ ਉਹਨਾਂ ਨੂੰ ਹੀ ਅਪਣਾ ਰਹੇ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਚੰਦੂ ਰਾਣੀ ਜੀ ਬੇਬੇ ਨਾਨਕੀ ਜੀ ਨੂੰ ਕਹਿਣ ਲੱਗੇ, ਕਹਿੰਦੇ ਹਾਂ ਨਾ ਤਾਂ ਕਹਿੰਦੇ ਵੀ ਤੇਰੇ ਵੀਰ ਨੂੰ ਮੇਰੀ ਧੀ ਸੁਲੱਖਣੀ ਦੀ ਜਿਹੜੀ ਆ ਉਹ ਜ਼ਿਆਦਾ ਲੋੜ ਹੈਗੀ ਆ, ਇਸੇ ਕਰਕੇ ਚੁੱਪ ਚਪੀਤੇ ਛੱਡ ਕੇ ਚਲੇ ਗਏ, ਘਰ ਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਮੈਨੂੰ ਵੀ ਲੱਗਦਾ ਹੈ ਕਿ ਇਸੇ ਤਰ੍ਹਾਂ ਇਹ ਜਿਹੜੇ ਬੱਚੇ ਹੈਗੇ ਆ ਇਹ ਵੀ ਕਿਤੇ ਮੇਰੀ ਧੀ ਨੂੰ ਛੱਡ ਕੇ ਇਸ ਤਰ੍ਹਾਂ ਜੰਗਲਾਂ ਦੇ ਵਿੱਚ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ ਨਾ ਤੁਰਨ। ਜਦ ਇੰਨੀ ਗੱਲ ਹੋਈ ਹੈ ਅਤੇ ਫਿਰ ਬੇਬੇ ਨਾਨਕੀ ਜੀ ਕੁਛ ਨਹੀਂ ਬੋਲੇ, ਸਗੋਂ ਕਹਿਣ ਲੱਗੇ ਮਾਸੀ ਜੀ, ਅਗਰ ਸੰਸਾਰ ਦਾ ਭਲਾ ਇਹਨਾਂ ਦੇ ਰਾਹੀਂ ਹੀ ਹੋਣਾ ਹੈਗਾ ਅਤੇ ਫਿਰ ਇਹਦੇ ਵਿੱਚੋਂ ਸਾਨੂੰ ਫਕਰ ਹੋਣਾ ਚਾਹੀਦਾ ਹੈਗਾ। ਜਦ ਇੰਨੀ ਗੱਲ ਹੋਈ ਆ ਅਤੇ ਉਸ ਤੋਂ ਬਾਅਦ ਫਿਰ ਭਾਈਆ ਜੈ ਰਾਮ ਜੀ ਕਹਿਣ ਲੱਗੇ ਕਿ ਸ਼੍ਰੀ ਚੰਦ ਜੀ ਜਿਹੜੇ ਆ ਉਹਨਾਂ ਦਾ ਜਿਹੜਾ ਸੁਭਾਅ ਹੈਗਾ ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਹੈਗਾ, ਕਿਉਂਕਿ ਉਹ ਕਿਸੇ ਉੱਤੇ ਬਹੁਤਾ ਬੋਝ ਨਹੀਂ ਬਣਨਾ ਚਾਹੁੰਦੇ। ਇਸੇ ਕਰਕੇ ਜੋ ਵੀ ਕੰਮ ਕਰਦੇ ਆ ਉਹ ਕੰਮ ਜਿਹੜਾ ਹੈਗਾ ਉਹ ਲੋਕਾਂ ਦੀ ਵਾਹ ਖੱਟਣ ਵਾਸਤੇ ਹੀ ਕਰਦੇ ਆ। ਅੱਜ ਤੱਕ ਤੁਹਾਨੂੰ ਬਾਹਰੋਂ ਕਦੀ ਵੀ ਬਾਬਾ ਸ਼੍ਰੀ ਚੰਦ ਜੀ ਦਾ ਕਦੀ ਕੋਈ ਅਲੰਭਾ ਆਇਆ ਹੈ? ਜਦ ਇੰਨੀ ਰਾਣੀ ਹੋਈ ਤਾਂ ਫਿਰ ਚੰਦੂ ਰਾਣੀ ਜਿਹੜੇ ਸੀ ਉਹ ਚੁੱਪ ਕਰ ਗਏ। ਅਤੇ ਜਦ ਚੁੱਪ ਕਰ ਗਏ ਅਤੇ ਫਿਰ ਭਾਈਆ ਜੈ ਰਾਮ ਜੀ ਕਹਿਣ ਲੱਗੇ ਕਿ ਮੈਨੂੰ ਲੱਗਦਾ ਹੈਗਾ ਕਿ ਜਿਹੜੇ ਕੰਮ ਮੇਰੇ ਬਾਬਾ ਨਾਨਕ ਜਿਹੜੇ ਸੀ ਉਹ ਛੱਡ ਕੇ ਗਏ ਆ, ਉਹਨਾਂ ਅਧੂਰੇ ਕੰਮਾਂ ਨੂੰ ਪੂਰਾ ਕਰਨ ਵਾਸਤੇ ਬਾਬਾ ਸ਼੍ਰੀ ਚੰਦ ਦੀ ਜਿਹੜੀ ਡਿਊਟੀ ਹੈਗੀ ਆ ਇਹ ਆਪਣੇ ਇਸ ਮਾਰਗ 'ਚ ਲਾ ਗਏ ਆ। ਜਦ ਇੰਨੀ ਗੱਲ ਹੋਈ ਹੈ ਅਤੇ ਫਿਰ ਘਰ ਦੇ ਵਿੱਚ ਜਿਹੜਾ ਸੀਗਾ ਥੋੜ੍ਹਾ ਜਿਹਾ ਹਾਸਾ ਪਿਆ ਅਤੇ ਉਸ ਤੋਂ ਬਾਅਦ ਫਿਰ ਸਾਰਾ ਜਿਹੜਾ ਪਰਿਵਾਰ ਸੀਗਾ ਉਹ ਆਪੋ ਆਪਣੇ ਸਥਾਨਾਂ 'ਤੇ ਜਾ ਕੇ ਜਦ ਰਾਤ ਹੋਈ ਤਾਂ ਆਰਾਮ ਕਰਨ ਲੱਗਾ।
इस तरह जिहड़ा सीगा जद दिन चढ़िया फिर इस तरह जिहड़ी सी घर दे विच आंढ गुआंढ इकट्ठे होए। इउं कह लो कि जिवें गुरबाणी दा फरमान अल्लाह खुशियां पातशाहियां जे सतगुर नदर करे। इस तरह घर परिवार दे विच रहिंदे होए जिहड़े सीगे कुछ दिन बेबे नानकी जी ते भाईया जया राम जी ते इन्हां दे नाल जिहड़े सी 2 नौकर ते 1 नौकरानी 1 आदक, ये सारे इकट्ठे इस घर दे विच रहे। ते इकट्ठे होने तो बाद फिर बेबे नानकी जी ने जिहड़ी सी ये अर्ज की कि मैं हुण ढेर बाद आई हाँ ते वीर जी तो इत्थे नहीं है पर मेरा हुण चित नहीं लगदा ते इस करके तुसीं है ना श्री चंद जी नूं जिहड़ा है मेरे अपने नाल भेज दिओ। जद इन्नी गल होई सी ते उस तो बाद फिर बाबा श्री चंद जी जिहड़े सीगे वो फिर बेबे नानकी जी दे नाल जिहड़े सीगे जाण वास्ते तैयार हो गए। तो उस तो बाद फिर सारे जने जिहड़े सीगे फिर जद इत्थे सुल्तानपुर पहुँचे वापसी दे उत्ते ते सुल्तानपुर जद बाबा श्री चंद जी दे आउण दीयां खबरां जिहड़ियां सी आंढ गुआंढ विच लगियां, इत्थे भी इस तरह जिहड़ा सी बड़ा खुशी दा माहौल बनिया ते सारे आंढ गुआंढ ते होर जिन्ने भी जिहड़ियां संगतां सीगियां इकट्ठियां हो के बेबे नानकी दे घर दे विच इकट्ठियां हो गईयां ते बाबा श्री चंद जी दा दर्शन कर करके वो निहाल होईयां। इस तरह जिहड़े सी दिन गुजरदे गए। बाबा श्री चंद जी दा ओही पहला सुभाअ कि अद्धी रात नूं उठ के अपना कपड़े वस्त्र चकने ते बेई दे किनारे चले जाना, उत्थे जाके इशनान पानी करना, फिर इशनान पानी करके चौंकड़ा ला के फिर सूरज चढ़दे तक अपनी समाधि विच बैठे रहना हैगा। तो फिर आए गए जिन्ने भी जिहड़े सी साधु संत जां मंडलियां बाबा जी दे दर्शन करन आउंदियां सीगियां, उन्हां दे जिहड़े सारियां दे जिहड़े प्रश्न सी उन्हां दे उत्तर देने। इत आदक बाबा श्री चंद जी जिहड़े सी इसे सुभाअ दे विच इत्थे सुल्तानपुर जिहड़े सी वो सारियां दा सत्कार मन दे विच रखदे होए इसे ही मार्ग ते तुरे जा रहे सीगे। एक बार की होया कि एक ब्रह्मचारियां दी जिहड़ी मंडली सी बाबा श्री चंद जी दी सोभा सुन के इन्हां दे पास आई। जद आई है तो उस ब्रह्मचारी मुखी ने है ना बाबा श्री चंद जी नूं ये प्रश्न कीता। वो कहण लगे कि तुसीं सानूं सब तो पहलां ये दसो कि दुनिया दे विच दुर्लभ चीज़ किहड़ी है। जद इन्नी गल हुई तो फिर बाबा श्री चंद जी ने मुस्करा के उत्तर दिता भी दुनिया दे विच दुर्लभ जिहड़ा हैगा वो केवल ते केवल आ जिहड़ा मनुखा जन्म आ इहो ही दुर्लभ है, क्योंकि बाकी जूनां दे विच जिहड़ी है सोच समझ चेतन सत्ता नहीं है। मनुखा जन्म ही है जिस मनुखा जन्म दे विच रह के परमेश्वर ने इहदे विच ऐसी सत्ता चेतना पाई है कि अपने आप की पछाण कर सके ते पछाण करके 84 लाख जूनां दी सरदार देही जो है इस देही दे विच अपने आप की खोज करके परमात्मा का रूप बन सके। जद इन्नी गल हुई तो फिर ब्रह्मचारी जिहड़े सीगे इन्हां दा उत्तर सुन के बड़े प्रसन्न होए। ये तक उन्होंने भी जिहड़े सी होर जो नाल दे ब्रह्मचारियां दे संत महात्मा सी उन्होंने भी आपो अपने प्रश्न रखे। इन्हां प्रश्नां विच एक साधु महात्मा ने बाबा श्री चंद जी नूं ये पुछया हैगा कि सानूं इस संसार दे विच आके धार्मिक रस्ते ते जांदे किहड़े गुण धारण करने चाहिए। तो फिर बाबा जी ने दस्सिया कि गुणां दा तो कोई अंत नहीं, पर मोटे तौर ते 5 गुण जिहड़े आ वो जरूर धारण होने चाहिए। फिर उन्होंने पुछया कोई किहड़े आ, तो फिर बाबा श्री चंद जी ने दस्सिया सी कि वो है सत संतोख दया धर्म धीरज, ये 5 गुण जिहड़े जरूरी धारण करने चाहिए। पर एक ने पुछया कि सानूं ये दसो कि 4 आश्रम सारिਆਂ ਵਿੱਚੋਂ श्रेष्ठ आश्रम किहड़ा हो सकता। तो बाबा जी ने दस्सिया कि सारिਆਂ ਵਿੱਚੋਂ श्रेष्ठ आश्रम जिहड़ा वो गृहस्थ आश्रम मन्निया जाता हैगा। सो उन्होंने दस्सिया फिर गृहस्थ आश्रम का धर्म की होना चाहिए है। तो फिर बाबा जी ने जवाब दिता कि गृहस्थ आश्रम का जिहड़ा धर्म है वो दान होना चाहिए हैगा। जब इन्नी गल हुई है तो फिर एक ने प्रश्न किया बाबा जी ने, वो कहन लगे कि इस संसार नूं चलाउण वास्ते जिहड़े है वो राजे आम तौर पर शासन करते आ, तो राजिਆਂ ਵਿੱਚ श्रेष्ठ गुण किहड़ा होना चाहिए। जब इन्नी गल हुई तो फिर बाबा जी ने दस्सिया कि राजे का श्रेष्ठ गुण वो जनता दे विच न्याय दा हैगा कि राजा जिहड़ा हैगा जनता नूं अपनी प्रजा दे समान समझे ते उन्हां दी पालना पोषण दे वल खास ध्यान देवे और खास करके जिहड़ी जनता हैगी आ इस जनता दी न्याय प्रणाली दे विच ऐसा सुधार करे कि कोई भी जिहड़ा शख्स है इस राज दे विच रहण वाला उहदे नाल किसी तरह का कोई वितकरा धक्का ना कर सके। जद ये तक जिहड़े प्रश्न होए सी इन्हां प्रश्नां तो जान के खुश होकर जिहड़े ब्रह्मचारियां दी मंडली साधु संत सीगे उत्थों विदा हो गए। इस तरह ना बाबा श्री चंद जी जिहड़े सी हरेक सवाल का जवाब जिहड़ी सी सुल्तानपुर साहब दिंदे सी। इस तरह जब सभा गुजरन लगा इधरों तलवंडी वेखे बाबा श्री चंद जी के दादा जी पिता कल्याण चंद और माता तृप्ता जी के मन के खिच बधी कि बहुत टाइम हो गया हैगा कि धन गुरु नानक साहब महाराज का तो पता नहीं कद आउणगे कद वापस नहीं आउणगे, पर उन्होंने कन्नी जिहड़ी सी ये खबर पै गई आ कि उन्होंने पुत्रे बाबा श्री चंद जी सुल्तानपुर साहब पहुँच गए। तो फिर
ਪਿਤਾ ਕਲਿਆਣ ਚੰਦ ਜੀ ਤੇ ਮਾਤਾ ਜੀ ਦੇ ਅੰਦਰ ਆਪਣੇ ਪੋਤਰੇ ਨੂੰ ਮਿਲਣ ਦੀ ਜਿਹੜੀ ਸੀ ਬੜੀ ਖਿੱਚ ਵਧੀ। ਤੇ ਉਸ ਤੋਂ ਬਾਅਦ ਫਿਰ ਆਪ ਇੱਕ ਦਿਨ ਤਿਆਰ ਹੋ ਕੇ ਤੇ ਫਿਰ ਇੱਥੇ ਤਲਵੰਡੀ ਤੋਂ ਜਿਹੜੇ ਸੀਗੇ ਫਿਰ ਬਹੁਤ ਸਾਰੀਆਂ ਸਗਾਤਾਂ ਤੇ ਨਾਲ ਨੌਕਰ ਤੇ ਹੋਰ ਨੌਕਰਾਣੀਆਂ ਲੈ ਕੇ ਪਿਤਾ ਕਲਿਆਣ ਚੰਦ ਜੀ ਤੇ ਮਾਤਾ ਤ੍ਰਿਪਤਾ ਜੀ ਜਿਹੜੇ ਸੀਗੇ ਉਹ ਇੱਕ ਤਾਂਗੇ ਤੇ ਸਵਾਰ ਹੋ ਕੇ ਤੇ ਇੱਥੇ ਫਿਰ ਸੁਲਤਾਨਪੁਰ ਪਹੁੰਚੇ। ਜਦ ਸੁਲਤਾਨਪੁਰ ਆਪੜਿਆ, ਇਹਨਾਂ ਦਾ ਵੀ ਆਉਣਾ ਸੁਣ ਕੇ ਸੁਲਤਾਨਪੁਰ ਦੇ ਵਿੱਚ ਬੜੀਆਂ ਭਾਰੀਆਂ ਖੁਸ਼ੀਆਂ ਹੋਈਆਂ। ਤੇ ਆਂਢ ਗੁਆਂਢਾਂ ਨੂੰ ਜਦੋਂ ਬੇਬੇ ਨਾਨਕੀ ਜੀ ਦੇ ਮਾਤਾ ਪਿਤਾ ਦੇ ਆਉਣ ਦਾ ਪਤਾ ਲੱਗਾ, ਸਾਰੇ ਜਿਹੜੇ ਸੀ ਦੌੜ ਕੇ ਬੇਬੇ ਨਾਨਕੀ ਜੀ ਦੇ ਘਰ ਦੇ ਵਿਖੇ ਪਹੁੰਚ ਗਏ। ਬਸ ਬੇਬੇ ਨਾਨਕੀ ਜੀ ਨੇ ਜਿਉਂ ਹੀ ਆਪਣੇ ਮਾਤਾ ਪਿਤਾ ਨੂੰ ਜਿਹੜੇ ਸੀ ਉਹ ਤਾਂਗੇ 'ਤੇ ਉਤਰਦਿਆਂ ਦੇਖਿਆ, ਬਸ ਫੇਰ ਕੀ ਸੀ, ਬੇਬੇ ਨਾਨਕੀ ਜੀ ਦੌੜ ਕੇ ਗਏ, ਜਾ ਕੇ ਪਹਿਲਾਂ ਆਪਣੇ ਮਾਤਾ ਜੀ ਦੇ ਗਲ ਦੇ ਵਿੱਚ ਨਾਲ ਲੱਗ ਕੇ ਜਿਹੜੇ ਸੀ ਬੜਾ ਆਪਣਾ ਉਹਨਾਂ ਨੇ ਪਿਆਰ ਜਤਾਇਆ। ਫਿਰ ਆਪਣੇ ਪਿਤਾ ਕਲਿਆਣ ਚੰਦ ਜੀ ਦੇ ਨਾਲ ਜਿਹੜਾ ਸੀਗਾ ਬੇਬੇ ਨਾਨਕੀ ਜੀ ਨੇ ਆਪਣਾ ਬੜਾ ਸਨੇਹ ਜਤਾਇਆ। ਇਸ ਤਰ੍ਹਾਂ ਇਹ ਸਾਰਾ ਪਿਆਰ ਲਡਾਰ ਜਿਹੜਾ ਸੀਗਾ ਇਹ ਕਰਦਿਆਂ ਹੋਇਆਂ ਬੜੇ ਅਦਬ ਸਾਹਿਤ ਫਿਰ ਭਾਈਆ ਜੈ ਚੰਦ ਜੀ ਨੂੰ ਜਦੋਂ ਪਤਾ ਲੱਗਾ ਸੀਗਾ ਤੇ ਭਾਈਆ ਜੈ ਰਾਮ ਜੀ ਜਿਹੜੇ ਸੀਗੇ ਉਹ ਵੀ ਆਏ। ਉਹਨਾਂ ਨੇ ਵੀ ਆ ਕੇ ਬੇਬੇ ਨਾਨਕੀ ਜੀ ਦੇ ਮਾਤਾ ਪਿਤਾ ਨੂੰ ਜਿਹੜਾ ਸਭ ਤੋਂ ਪਹਿਲਾਂ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਬੜੇ ਆਦਮ ਸਤਿਕਾਰ ਦੇ ਨਾਲ ਅੰਦਰ ਲੈ ਕੇ ਆਏ। ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਨੇ ਸੁੰਦਰ ਪਲੰਘ ਵਿਛਾਏ ਤੇ ਉਹਨਾਂ ਉੱਤੇ ਫਿਰ ਆਪਣੇ ਮਾਤਾ ਪਿਤਾ ਨੂੰ ਜਿਹੜਾ ਸੀਗਾ ਬੜੇ ਆਦਰ ਤੇ ਪਿਆਰ ਸਹਿਤ ਜਿਹੜਾ ਸੀ ਬਿਠਾਇਆ। ਇਸ ਤੋਂ ਬਾਅਦ ਫਿਰ ਸਭ ਤੋਂ ਪਹਿਲਾਂ ਇਹਨਾਂ ਨੇ ਆਪਣੇ ਮਾਤਾ ਪਿਤਾ ਦਾ ਦੂਰੋਂ ਆਇਆ ਦੇਖ ਕੇ ਕਿ ਉਹ ਮਨ 'ਚ ਜਾਣਿਆ ਕਿ ਇਹਨਾਂ ਨੂੰ ਭੁੱਖ ਲੱਗੀ ਹੋਈ ਆ। ਇਸ ਕਰਕੇ ਬੇਬੇ ਨਾਨਕੀ ਜੀ ਨੇ ਸਭ ਤੋਂ ਪਹਿਲਾਂ ਜਿਹੜੇ ਸੀ ਉਹ ਪ੍ਰਸ਼ਾਦਾ ਜਿਹੜਾ ਸੀਗਾ ਉਹ ਤਿਆਰ ਕੀਤਾ। ਜਦ ਪ੍ਰਸ਼ਾਦਾ ਤਿਆਰ ਕੀਤਾ ਬੜੇ ਪ੍ਰੇਮ ਦੇ ਨਾਲ ਆਪਣੇ ਮਾਤਾ ਪਿਤਾ ਨੂੰ ਪ੍ਰਸ਼ਾਦਾ ਛਕਾਇਆ। ਪ੍ਰਸ਼ਾਦਾ ਛਕਾਉਣ ਤੋਂ ਬਾਅਦ ਫਿਰ ਜਿਹੜੀਆਂ ਸੀਗੀਆਂ ਉਹ ਸਾਰੀਆਂ ਜਿਹੜੀਆਂ ਸੰਸਾਰੀ ਗੱਲਾਂ ਸੀ ਉਹਦੇ ਵਿੱਚ ਹੋਈਆਂ। ਔਰ ਇਹਨਾਂ ਗੱਲਾਂ ਬਾਤਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜਾ ਜ਼ਿਆਦਾ ਜ਼ਿਕਰ ਸੀਗਾ ਉਹ ਮਾਤਾ ਪਿਤਾ ਜੀ ਨੇ ਕੀਤਾ। ਜਦ ਜ਼ਿਆਦਾ ਜ਼ਿਕਰ ਕੀਤਾ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਮਾਤਾ ਪਿਤਾ ਨੇ ਦੱਸਿਆ ਕਿ ਅਜੇ ਤੱਕ ਸ਼੍ਰੀ ਚੰਦ ਜੀ ਦਿਖਾਈ ਨਹੀਂ ਦੇ ਰਹੇ। ਜਦ ਇੰਨੀ ਗੱਲ ਹੋਈ ਸੀ ਤਾਂ ਬੇਬੇ ਨਾਨਕੀ ਤੇ ਭਾਈਆ ਜੈ ਰਾਮ ਜੀ ਨੇ ਆਖਿਆ ਕਿ ਉਹ ਲੱਗਦਾ ਕਿ ਬੇਈ ਦੇ ਕਿਸੇ ਕਾਂ ਥਾਂ 'ਤੇ ਬੈਠੇ ਹੋਣਗੇ ਤੇ ਉੱਥੇ ਜਿਹੜੇ ਸਾਧੂ ਉਹਨਾਂ ਦੀਆਂ ਮੰਡਲੀਆਂ ਆਉਂਦੀਆਂ ਹੈਗੀਆਂ ਤੇ ਉਹਨਾਂ ਮੰਡਲੀਆਂ ਨੂੰ ਜਿਹੜਾ ਹੈ ਉਹਨਾਂ ਦੇ ਉੱਤਰ ਦੇ ਕੇ ਨਿਹਾਲ ਕਰ ਰਹੇ ਆ। ਜਦ ਇੰਨੀ ਗੱਲ ਹੋਈ ਆ ਤੇ ਫਿਰ ਪਿਤਾ ਕਾਲੂ ਜੀ ਨੇ ਆਖਿਆ ਕਿ ਮੇਰਾ ਉਹਨਾਂ ਨੂੰ ਮਿਲਣ ਲਈ ਬਹੁਤ ਚਿੱਤ ਕਰਦਾ ਹੈ ਕਿ ਉਹਨਾਂ ਆਪਾਂ ਦੋਨੇ ਚੱਲੀਏ। ਉਸ ਤੋਂ ਬਾਅਦ ਫਿਰ ਭਾਈਆ ਜੈ ਰਾਮ ਜੀ ਤੇ ਪਿਤਾ ਕਲਿਆਣ ਚੰਦ ਜੀ ਜਿਹੜੇ ਸੀਗੇ ਦੋਨੇ ਜਿਹੜੇ ਸੀਗੇ ਉਹ ਬੇਈ ਵੱਲੋਂ ਨਿਕਲੇ। ਜਦ ਨਿਕਲੇ ਤਾਂ ਉੱਥੋਂ ਦੇਖਦੇ ਕੀ ਦੇਖਿਆ ਕਿ ਇੱਕ ਜਗ੍ਹਾ ਜਿਹੜੀ ਸੀ ਉਹ ਕਾਫੀ ਸਾਧੂਆਂ ਦੀ ਮੰਡਲੀ ਇਕੱਠੀ ਹੋਈ ਸੀ ਤੇ ਉਹਨਾਂ ਦਰਖਤਾਂ ਦੇ ਝੁੰਡ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਜਿਹੜੇ ਬੈਠੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ। ਤੇ ਜਦੋਂ ਸਵਾਲਾਂ ਦੇ ਜਵਾਬ ਦੇ ਰਹੇ ਸੀ ਜੋ ਵੀ ਪਿਤਾ ਕਲਿਆਣ ਚੰਦ ਜੀ ਦੀ ਨਜ਼ਰ ਬਾਬਾ ਸ਼੍ਰੀ ਚੰਦ ਜੀ 'ਤੇ ਪਈ ਤੇ ਬਾਬਾ ਸ਼੍ਰੀ ਚੰਦ ਜੀ ਨੇ ਤੱਕ ਲਿਆ ਕਿ ਉਹਨਾਂ ਦੇ ਦਾਦਾ ਜੀ ਜਿਹੜੇ ਇੱਥੇ ਆਪੜ ਗਏ। ਇਸ ਕਰਕੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀ ਆਪਣੇ ਦਾਦਾ ਜੀ ਦੇ ਆਦਬ ਦੇ ਵਿੱਚ ਉੱਠ ਕੇ ਖੜ੍ਹੇ ਹੋ ਗਏ। ਜਦ ਖੜ੍ਹੇ ਹੋ ਗਏ, ਖੜ੍ਹੇ ਹੋਣ ਤੋਂ ਬਾਅਦ ਫਿਰ ਆਪ ਚੱਲ ਕੇ ਦੌੜ ਕੇ ਆਪਣੇ ਦਾਦਾ ਪਿਤਾ ਕਲਿਆਣ ਚੰਦ ਜੀ ਦੇ ਪੈਰਾਂ ਨੂੰ ਮੱਥਾ ਟੇਕਿਆ। ਜਦ ਮੱਥਾ ਟੇਕਿਆ ਤਾਂ ਪਿਤਾ ਕਲਿਆਣ ਚੰਦ ਜੀ ਨੇ ਫਿਰ ਆਪਣੇ ਪੁੱਤਰੇ ਬਾਬਾ ਸ਼੍ਰੀ ਚੰਦ ਜੀ ਦਾ ਮੂੰਹ ਮੱਥਾ ਚੁੰਮਿਆ ਤੇ ਬਹੁਤ ਸਾਰੀਆਂ ਸੀਸਾਂ ਦਿੱਤੀਆਂ। ਤੇ ਇਹਨਾਂ ਸੀਸਾਂ ਦੇ ਵਿੱਚੋਂ ਬਾਬਾ ਸ਼੍ਰੀ ਚੰਦ ਦੇ ਪੋਤਰੇ ਵੀ ਦੇ ਵਿੱਚੋਂ ਆਪ ਪਿਤਾ ਕਲਿਆਣ ਚੰਦ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸੁਪੁੱਤਰ ਦੇ ਦਰਸ਼ਨ ਦੀਦਾਰੇ ਕੀਤੇ ਤੇ ਇਸ ਤਰ੍ਹਾਂ ਮਨ ਨੂੰ ਜਿਹੜੀ ਸੀ ਬਹੁਤ ਖੁਸ਼ੀ ਹੋਈ। ਉਸ ਤੋਂ ਬਾਅਦ ਫਿਰ ਭਾਈਆ ਜੈ ਰਾਮ ਜੀ ਤੇ ਪਿਤਾ ਕਲਿਆਣ ਚੰਦ ਜੀ ਮਹਿਤਾ ਤੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਇਹ ਤਿੰਨੇ ਇਕੱਠੇ ਹੋ ਕੇ ਜਿਹੜੇ ਸੀਗੇ ਫਿਰ ਇੱਥੇ ਵਾਪਸ ਸੁਲਤਾਨਪੁਰ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਪਹੁੰਚੇ। ਜਦ ਘਰ ਦੇ ਵਿੱਚ ਪਹੁੰਚੇ ਤਾਂ ਕੀ ਤੱਕਿਆ ਕਿ ਮਾਤਾ ਤ੍ਰਿਪਤਾ ਜੀ ਪਹਿਲਾਂ ਹੀ ਜਿਹੜੇ ਸੀਗੇ ਉਹ ਉੱਥੇ ਬੈਠੇ ਹੋਏ ਬਾਬਾ ਸ਼੍ਰੀ ਚੰਦ ਜੀ ਦਾ ਇੰਤਜ਼ਾਰ ਕਰ ਰਹੇ ਸੀਗੇ। ਜਦ ਇੰਤਜ਼ਾਰ ਕਰ ਰਹੇ ਸੀਗੇ ਫਿਰ ਬਾਬਾ ਸ਼੍ਰੀ ਚੰਦ ਨੇ ਜਿਉਂ ਹੀ ਆਪਣੀ ਦਾਦੀ ਮਾਤਾ ਤ੍ਰਿਪਤਾ ਜੀ ਨੂੰ ਤੱਕਿਆ ਤੇ ਬਸ ਦੌੜ ਕੇ ਜਾ ਕੇ ਉਹਨਾਂ ਦੇ ਮਸਤਕ 'ਤੇ ਜਾ ਕੇ ਮੱਥਾ ਟੇਕਿਆ। ਜਦ ਮੱਥਾ ਟੇਕਿਆ ਤਾਂ ਬਸ ਫਿਰ ਮਾਤਾ ਤ੍ਰਿਪਤਾ ਜੀ ਨੇ ਬਾਬਾ ਸ਼੍ਰੀ ਚੰਦ ਨੂੰ ਗਲਬਕੜੀ 'ਚ ਲਿਆ, ਮੂੰਹ ਮੱਥਾ ਚੁੰਮਿਆ, ਬਹੁਤ ਸਾਰੀਆਂ ਸੀਸਾਂ ਦਿੱਤੀਆਂ, ਆਪਣੇ ਪਾਸ ਬਿਠਾਇਆ। ਜਦ ਪਾਸ ਬਿਠਾਇਆ ਤੇ ਫਿਰ ਨਾਲ ਇਹ ਵੀ ਆਖਿਆ ਹੈਗਾ ਕਿ ਤੁਸੀਂ ਵੀ ਮੇਰੇ ਪੁੱਤਰ ਵਾਂਗ ਲੱਗਦਾ ਹੈਗਾ ਕਿ ਜਿੰਨੇ ਵੀ ਸਾਧੂ ਸੰਤ ਮੰਡਲੀ ਆਉਂਦੀ ਆ ਉਹਨਾਂ ਦੇ ਦੁੱਖ ਤੁਸੀਂ ਹਰਦੇ ਆ, ਦੁੱਖ ਤਕਲੀਫ ਦੂਰ ਕਰਦੇ ਆ। ਤੇ ਇਸ ਤਰ੍ਹਾਂ ਉਸ ਨਿਰੰਕਾਰ ਦੇ ਹੁਕਮ ਦੇ ਵਿੱਚ ਲੱਗਦਾ ਹੈਗਾ ਕਿ ਜੋ ਦੋਨੇ ਪਿਓ ਪੁੱਤ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਦੇ। ਇਹ ਤਾਦਿਕ ਵਿਚਾਰਾਂ ਹੋਈਆਂ। ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਪ ਜਿਹੜੇ ਸੀਗੇ ਆਪਣੇ ਦਾਦਾ ਦਾਦੀ ਜੀ ਦੇ ਕੋਲ ਬੈਠ ਕੇ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਛਕਿਆ। ਪ੍ਰਸ਼ਾਦਾ ਛਕਣ ਤੋਂ ਬਾਅਦ ਜਦ ਰਾਤ ਹੋਈ ਆ, ਰਾਤ ਨੂੰ ਫਿਰ ਮਾਤਾ ਪਿਤਾ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਪਨ ਦੀਆਂ ਜਿਹੜੀਆਂ ਉੱਥੇ ਤਲਵੰਡੀ ਦੇ ਵਿਖੇ ਜੋ ਘਟਨਾਵਾਂ ਹੋਈਆਂ ਸੀਗੀਆਂ ਪਸ਼ੂ ਚਾਰਨ ਦੀਆਂ ਜਾਂ
ਸੱਪ ਦੀ ਛਾਂ ਦੀਆਂ ਇਹ ਤਾਂ ਦੇਖੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬੇਬੇ ਨਾਨਕੀ ਜੀ ਜਿਹੜੇ ਸੀਗੇ ਉਹ ਬਾਬਾ ਸ਼੍ਰੀ ਚੰਦ ਨੂੰ ਦੱਸਦੇ ਹੁੰਦੇ ਸੀ। ਉਹੀ ਗੱਲਾਂ ਜਿਹੜੀਆਂ ਸੀ ਉਹ ਸਾਰੀ ਰਾਤ ਦੁਹਰਾਉਂਦੇ ਰਹੇ। ਅਤੇ ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਯਾਦ ਕਰਦੇ ਕਰਦੇ ਸਾਰਾ ਪਰਿਵਾਰ ਜਿਹੜਾ ਸੀਗਾ ਫਿਰ ਅੱਖ ਲਾ ਕੇ ਆਰਾਮ ਕਰਨ ਲੱਗ ਪਿਆ। ਜਦ ਆਰਾਮ ਕਰਨ ਲੱਗਿਆ, ਜਦ ਦਿਨ ਚੜ੍ਹਿਆ, ਫਿਰ ਰੌਣਕਾਂ ਲੱਗੀਆਂ। ਇਸੇ ਤਰ੍ਹਾਂ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਮਨ 'ਚ ਸੋਚਿਆ ਕਿ ਉਹ ਹੁਣ ਬਈ ਜਾ ਕੇ ਨਾ ਬਹੁਤਾ ਚਿਰ ਨਹੀਂ ਰੁਕਣਗੇ, ਸਗੋਂ ਆਪਣੇ ਦਾਦਾ ਦਾਦੀ ਜੀ ਦੀ ਸੇਵਾ ਦੇ ਵਿੱਚ ਜ਼ਿਆਦਾ ਰਹਿਣਗੇ। ਅਤੇ ਇਹ ਸੋਚ ਕੇ ਫਿਰ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਉਹਨਾਂ ਨੇ ਫਿਰ ਬਈ 'ਤੇ ਕੰਢੇ 'ਤੇ ਜਾਣਾ ਜਿਹੜਾ ਸੀਗਾ ਉਹ ਘੱਟ ਕਰ ਦਿੱਤਾ। ਪਰ ਇੰਨਾ ਜ਼ਰੂਰ ਸੀ ਕਿ ਅੱਧੀ ਰਾਤ ਨੂੰ ਉੱਠ ਕੇ ਆਪਣੇ ਪਿਤਾ ਜੀ ਵਾਂਗ ਬਈ 'ਤੇ ਜਾ ਕੇ ਇਸ਼ਨਾਨ ਕਰਕੇ ਅਤੇ ਉੱਥੇ ਸਮਾਧੀ ਸਥਿਰ ਹੋ ਜਾਣਾ। ਤਾਂ ਪਰ ਦਿਨ ਚੜ੍ਹਦੇ ਸਾਰ ਜਿਹੜਾ ਸੀਗਾ ਉੱਥੋਂ ਚੱਲ ਕੇ ਤਾਂ ਆਪ ਘਰ ਬੇਬੇ ਨਾਨਕੀ ਜੀ ਦੇ ਪਾਸ ਪਹੁੰਚ ਜਾਣਾ। ਇੱਥੇ ਆ ਕੇ ਤਾਂ ਆਪਣੇ ਦਾਦਾ ਦਾਦੀ ਜੀ ਦੇ ਪਾਸ ਬੈਠ ਕੇ ਜਿਹੜੀ ਸੀ ਉਹਨਾਂ ਦੀ ਸੰਗਤ ਕਰਨੀ, ਉਹਨਾਂ ਦੇ ਪਾਸ ਜਿਹੜਾ ਸੀ ਜ਼ਿਆਦਾ ਸਮਾਂ ਦੇਣ ਦੀ ਬਾਬਾ ਸ਼੍ਰੀ ਚੰਦ ਜੀ ਨੇ ਮਨ ਦੇ ਵਿੱਚ ਬਹੁਤ ਸਾਰੀ ਉਤਸ਼ਾਹ, ਜਾਂ ਇਉਂ ਕਹਿ ਲਓ ਕਿ ਆਪਣੇ ਪੋਤਰੀ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਜ਼ਿਆਦਾ ਸਮਾਂ ਜਿਹੜਾ ਸੀਗਾ ਉਹ ਬਾਬਾ ਕਲਿਆਣ ਦਾਸ ਜੀ ਮਹਿਤਾ ਅਤੇ ਮਾਤਾ ਤ੍ਰਿਪਤਾ ਜੀ ਨੂੰ ਦਿੱਤਾ। ਇਸ ਤਰ੍ਹਾਂ ਇਹ ਜਿਹੜਾ ਸਮਾਂ ਸੀਗਾ ਇਹ ਬੜਾ ਸੁਚੱਜੇ ਢੰਗ ਦੇ ਨਾਲ, ਸੋਹਣੇ ਤਰੀਕੇ ਨਾਲ ਅਤੇ ਬੜੇ ਖੁਸ਼ੀਆਂ ਭਰਿਆ ਮਾਹੌਲ ਦੇ ਵਿੱਚ ਜਿਹੜਾ ਸੀ ਬੀਤਿਆ। ਜਦ ਬੀਤਿਆ ਅਤੇ ਤਕਰੀਬਨ ਕੁਛ ਦਿਨ ਰਹਿ ਕੇ ਫਿਰ ਪਿਤਾ ਕਲਿਆਣ ਚੰਦ ਜੀ ਨੇ ਬੇਬੇ ਨਾਨਕੀ ਜੀ ਨੂੰ ਆਖਿਆ ਕਿ ਹੁਣ ਉਹ ਵਾਪਸ ਜਿਹੜੇ ਤਲਵੰਡੀ ਜਾਣਾ ਚਾਹੁੰਦੇ ਆ, ਪਰ ਹੁਣ ਇਸ ਟਾਈਮ ਉਹ ਦੋਨੇ ਜਿਹੜੇ ਹੈ ਉਹ ਇਕੱਲੇ ਨਹੀਂ ਜਾਣਗੇ ਅਤੇ ਹੋ ਸਕੇ ਤਾਂ ਬਾਬਾ ਸ਼੍ਰੀ ਚੰਦ ਜੀ ਜਿਹੜੇ ਉਹਨਾਂ ਦੇ ਨਾਲ ਤਲਵੰਡੀ ਜਾਣਗੇ, ਕਿਉਂਕਿ ਬਾਬਾ ਸ਼੍ਰੀ ਚੰਦ ਨੂੰ ਉੱਥੇ ਤਲਵੰਡੀ ਦੇ ਵਿਖੇ ਜਿਹੜਾ ਵੇਖਣ ਵਾਸਤੇ ਖਾਸ ਕਰਕੇ ਜਿਹੜੀਆਂ ਸੰਗਤਾਂ ਉਹ ਤਾਂ ਤਾਵਲੀਆਂ ਹੀ ਆ। ਅਤੇ ਪਰ ਰਾਏ ਬੁਲਾਰ ਦੇ ਮਨ ਦੇ ਵਿੱਚ ਬੜੀ ਖਿੱਚ ਹੈ ਕਿ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਦੀਦਾਰ ਕਰਨਾ ਚਾਹੁੰਦੇ ਆ। ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਨੇ ਬੜੀ ਖੁਸ਼ੀ ਦੇ ਨਾਲ ਬਾਬਾ ਸ਼੍ਰੀ ਚੰਦ ਨੂੰ ਆਪਣੇ ਮਾਤਾ ਪਿਤਾ ਦੇ ਨਾਲ ਜਾਣ ਦੀ ਜਿਹੜੀ ਸੀ ਆਗਿਆ ਦੇ ਦਿੱਤੀ। ਅਤੇ ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਜਿਹੜੇ ਸੀਗੇ ਅਤੇ ਭਾਈਆ ਜੈ ਰਾਮ ਜੀ, ਇਹਨਾਂ ਨੇ ਕੀਤਾ ਬਹੁਤ ਸਾਰਾ ਜਿਹੜਾ ਸਮਾਨ ਸੀਗਾ, ਕਿਉਂਕਿ ਬੇਬੇ ਅਤੇ ਭਾਈਆ ਜੈ ਰਾਮ ਜੀ ਬਹੁਤ ਸਾਰੀਆਂ ਸੌਗਾਤਾਂ ਲੈ ਕੇ ਆਏ ਸੀਗੇ, ਪਰ ਫਿਰ ਵੀ ਬਹੁਤ ਸਾਰਾ ਸਮਾਨ, ਅਤੇ ਜਿਸ ਸਮਾਨ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦੇ ਵਸਤਰ ਅਤੇ ਉਹਨਾਂ ਦੀਆਂ ਜਿਹੜੀਆਂ ਸੀ ਉਹ ਪਹਿਨਣ ਵਾਸਤੇ ਖੜਾਵਾਂ, ਮਾਲਾ, ਚਮਟਾ, ਝੋਲੀ, ਇਤਆਦਿਕ ਬਹੁਤ ਸਾਰਾ ਸਮਾਨ ਜਿਹੜਾ ਸੀਗਾ ਉਹ ਆਪਣੀ ਮਾਤਾ ਤ੍ਰਿਪਤਾ ਜੀ ਦੇ ਨਾਲ ਭੇਜਿਆ। ਅਤੇ ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਅਤੇ ਪਿਤਾ ਕਲਿਆਣ ਚੰਦ ਮਹਿਤਾ ਜੀ ਅਤੇ ਬੇਬੇ ਨਾਨਕੀ ਜੀ ਦੇ ਮਾਤਾ ਤ੍ਰਿਪਤਾ ਜੀ ਜਿਹੜੇ ਸੀਗੇ ਉਹ ਫਿਰ ਤਲਵੰਡੀ ਪਹੁੰਚੇ। ਜਦ ਤਲਵੰਡੀ ਪਹੁੰਚੇ ਅਤੇ ਇੱਥੇ ਤਲਵੰਡੀ ਇਹਨਾਂ ਦਾ ਆਉਣਾ ਸੁਣ ਕੇ ਜਿਹੜੇ ਸੀ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਈ। ਔਰ ਖ਼ਾਸ ਕਰਕੇ ਜਦ ਰਾਏ ਬੁਲਾਰ ਨੂੰ ਪਤਾ ਲੱਗਾ ਤਾਂ ਰਾਏ ਬੁਲਾਰ ਨੇ ਜਿਹੜਾ ਸੀ ਇਹ ਆਖਿਆ ਕਿ ਮੇਰਾ ਸਰੀਰ ਹੁਣ ਬਿਰਧ ਹੋ ਚੁੱਕਾ ਹੈਗਾ, ਇਸ ਕਰਕੇ ਮੈਂ ਜਾ ਕੇ ਨਾ ਬਾਬਾ ਸ਼੍ਰੀ ਚੰਦ ਜੀ ਦੇ ਖੁਦ ਦਰਸ਼ਨ ਕਰਨਾ ਚਾਹੁੰਦਾ। ਜਦ ਇੰਨੀ ਗੱਲ ਹੋਈ ਸੀ ਅਤੇ ਉੱਧਰੋਂ ਬਾਬਾ ਫਿਰ ਸ਼੍ਰੀ ਚੰਦ ਜੀ ਨੂੰ ਜਦ ਪਤਾ ਲੱਗਾ ਕਿ ਰਾਏ ਬੁਲਾਰ ਜੀ ਜਿਹੜੇ ਆ ਉਹ ਮੇਰੇ ਦਰਸ਼ਨਾਂ ਵਾਸਤੇ ਆ ਰਹੇ ਆ, ਪਰ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਉਹਨਾਂ ਨੇ ਇਹ ਰਾਏ ਬੁਲਾਰ ਦੀ ਇੱਜ਼ਤ ਜਾਂ ਰਾਏ ਬੁਲਾਰ ਜੀ ਦਾ ਵੱਡਾ ਮੁਖੀਆ ਜਾਣ ਕੇ ਇਹ ਜਿਹੜਾ ਸੀਗਾ ਇੱਕ ਨੌਕਰ ਭੇਜ ਦਿੱਤਾ। ਉਹਨਾਂ ਨੂੰ ਆਖਿਆ ਕਿ ਤੁਹਾਨੂੰ ਸਾਡੇ ਪਾਸ ਆਉਣ ਦੀ ਲੋੜ ਨਹੀਂ, ਮੈਂ ਖੁਦ ਚੱਲ ਕੇ ਆਪ ਜੀ ਦੇ ਪਾਸ ਆਊਂਗਾ। ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਖੁਦ ਤੁਰ ਕੇ ਫਿਰ ਰਾਏ ਬੁਲਾਰ ਜੀ ਦੇ ਪਾਸ ਪਹੁੰਚੇ। ਜਦ ਉੱਥੇ ਪਹੁੰਚੇ ਅਤੇ ਰਾਏ ਬੁਲਾਰ ਜੀ ਨੇ ਜਿਉਂ ਹੀ ਬਾਬਾ ਸ਼੍ਰੀ ਚੰਦ ਜੀ ਨੂੰ ਤੱਕਿਆ ਅਤੇ ਅੱਖਾਂ ਦੇ ਵਿੱਚ ਜਿਹੜੇ ਸੀਗੇ ਉਹ ਨੇਤਰਾਂ ਦੇ ਵਿੱਚ ਪਿਆਰ ਭਰੇ ਹੰਝੂ ਆਏ। ਅਤੇ ਜਦ ਪਿਆਰ ਭਰੇ ਹੰਝੂ ਆਏ ਅਤੇ ਜਿਉਂ ਹੀ ਬਾਬਾ ਸ਼੍ਰੀ ਚੰਦ ਜੀ ਨੇ ਰਾਏ ਬੁਲਾਰ ਦੇ ਪੈਰਾਂ 'ਤੇ ਜਾ ਕੇ ਜਦ ਉਹਨਾਂ ਨੂੰ ਨਮਸਕਾਰ ਕੀਤੀ ਆ, ਮੱਥਾ ਟੇਕਿਆ, ਤਾਂ ਰਾਏ ਬੁਲਾਰ ਜੀ ਨੇ ਘੁੱਟ ਕੇ ਬਾਬਾ ਸ਼੍ਰੀ ਚੰਦ ਨੂੰ ਗਲਵਕੜੀ 'ਚ ਲਿਆ, ਮੂੰਹ ਮੱਥਾ ਚੁੰਮਿਆ ਅਤੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ। ਉਸ ਤੋਂ ਬਾਅਦ ਫਿਰ ਰਾਏ ਬੁਲਾਰ ਜੀ ਅਤੇ ਬਾਬਾ ਸ਼੍ਰੀ ਚੰਦ ਨੇ ਆਪਸ ਵਿੱਚ ਬਹੁਤ ਸਾਰੇ ਪਰਮਾਰਥ ਅਤੇ ਵਚਨ ਕੀਤੇ। ਵਚਨ ਕਰਨ ਤੋਂ ਬਾਅਦ ਫਿਰ ਰਾਏ ਬੁਲਾਰ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੇ ਜਥਾਜੋਗਤ ਜਿਹੜੀ ਸੀ ਬਹੁਤ ਸਾਰੀ ਸੇਵਾ ਕੀਤੀ। ਇਸ ਤਰ੍ਹਾਂ ਰਾਏ ਬੁਲਾਰ ਅਤੇ ਬਾਬਾ ਸ਼੍ਰੀ ਚੰਦ ਜੀ ਦਾ ਮੇਲ ਮਿਲਾਪ ਦੇਖ ਕੇ ਜਿਹੜੇ ਸੀਗੇ ਬਾਕੀ ਹੋਰ ਜਿਹੜੇ ਵੀ ਰਾਏ ਬੁਲਾਰ ਦੇ ਕਰਮਚਾਰੀ ਸੀਗੇ ਉਹ ਅਤਿ ਪ੍ਰਸੰਨ ਹੋਏ। ਇਸ ਤਰ੍ਹਾਂ ਨਾ ਬਾਬਾ ਸ਼੍ਰੀ ਚੰਦ ਜੀ ਫਿਰ ਇਸੇ ਤਰ੍ਹਾਂ ਤਲਵੰਡੀ ਜਿਹੜੇ ਸੀਗੇ ਉਹ ਆਪਣੇ ਦਾਦਾ ਦਾਦੀ ਜੀ ਦੇ ਪਾਸ ਰਹਿੰਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਦੀ ਗੈਰ ਹਾਜ਼ਰੀ ਦਾ ਜੋ ਪਿਆਰ ਸੀਗਾ ਆਪਣੇ ਦਾਦਾ ਦਾਦੀ ਨੂੰ ਦਿੰਦੇ ਹੋਏ ਜਿਹੜਾ ਸੀਗਾ ਉਹ ਨਿੱਤ ਦੀ ਕਿਰਿਆ ਹੋਈ ਕਰਦੇ ਸੀਗੇ ਕਿ ਅੱਧੀ ਰਾਤ ਨੂੰ ਉੱਠ ਜਾਂਦੇ ਸੀ। ਉੱਠ ਕੇ ਇਸ਼ਨਾਨ ਪਾਣੀ ਕਰਕੇ ਫਿਰ ਇਕਾਂਤ 'ਚ ਬੈਠ ਜਾਣਾ। ਇਕਾਂਤ 'ਚ ਬੈਠਣ ਤੋਂ ਬਾਅਦ ਫਿਰ ਜਿੰਨੇ ਵੀ ਆਏ ਗਏ ਸਾਧੂ ਸੰਤ ਸੀ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਨੂੰ ਨਿਹਾਲ ਕਰਨਾ। ਇਹ ਤਾਤ ਕੇ ਕਈਆਂ ਨੇ ਬਹੁਤ ਸਾਰੀਆਂ ਭਟਾਵਾਂ ਜਿਹੜੀਆਂ ਸੀ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਰੱਖ ਮੱਥਾ ਟੇਕਣਾ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬਾਬਾ ਸ਼੍ਰੀ ਚੰਦ ਦੀ ਉਮਰ ਜਿਹੜੀ ਸੀ ਤਕਰੀਬਨ 24 ਸਾਲ ਦੇ ਕਰੀਬ ਹੋ ਗਈ ਸੀ। ਅਤੇ ਜਦ 24 ਸਾਲ ਦੇ ਕਰੀਬ ਹੋਈ ਸੀ ਅਤੇ
ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੀਗੇ ਜਦ ਬੇਬੇ ਨਾਨਕੀ ਜੀ ਦੇ ਪਾਸ ਸੁਲਤਾਨਪੁਰ ਆਏ ਸੀ, ਉਹ ਜਿਹੜਾ ਸਮਾਂ ਸੀਗਾ ਉਹ 1571 ਬਿਕਮੀ ਭਾਦੋ ਦਾ ਮਹੀਨਾ ਸੀਗਾ। ਪਰ ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਜਦ ਇੱਥੇ ਫਿਰ ਤਲਵੰਡੀ ਪਹੁੰਚੇ ਸੀਗੇ। ਤਲਵੰਡੀ ਪਹੁੰਚਣ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਤਕਰੀਬਨ 2.5-3 ਸਾਲ ਇੱਥੇ ਤਲਵੰਡੀ ਰੁਕੇ। ਜਦ 2.5-3 ਸਾਲ ਰਹੇ ਇੱਥੇ ਆਪਣੇ ਦਾਦਾ ਦਾਦੀ ਦੀ ਸਰਪ੍ਰਸਤੀ ਹੇਤ ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਸਾਰਾ ਜਿਹੜਾ ਸੀ ਧਰਮ ਦਾ ਪ੍ਰਚਾਰ ਕੀਤਾ। ਅਤੇ ਪ੍ਰਚਾਰ ਕਰਨ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਦੇ ਪ੍ਰੇਮੀ ਸੀ ਬਾਬਾ ਸ਼੍ਰੀ ਚੰਦ ਜੀ ਦੇ ਸ਼ਰਧਾਲੂ ਬਣੇ। ਜਦ ਸ਼ਰਧਾਲੂ ਬਣਿਆ ਅਤੇ ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੇ ਪਿਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਵਾਪਸ ਸੁਲਤਾਨਪੁਰ ਦੂਸਰੀ ਦਾਸੀ 'ਤੇ ਆ ਰਹੇ ਆ। ਅਤੇ ਜਦ ਇਹ ਖਬਰ ਜਿਹੜੀ ਸੀ ਅੰਦਰ ਹੀ ਅੰਦਰ ਬਾਬਾ ਸ਼੍ਰੀ ਚੰਦ ਜੀ ਨੂੰ ਅਨੁਭਵ ਹੋਈ, ਅਤੇ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਦਾਦਾ ਦਾਦੀ ਜੋ ਆਗਿਆ ਲੈ ਕੇ ਵਾਪਸ ਬੇਬੇ ਨਾਨਕੀ ਦੇ ਪਾਸ ਤਲਵੰਡੀ ਜਾਣ ਦੀ ਇੱਛਾ ਜ਼ਾਹਰ ਕੀਤੀ। ਜਦ ਜ਼ਾਹਰ ਕੀਤੀ ਤਾਂ ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਉਹ ਫਿਰ ਇੱਥੇ ਸੁਲਤਾਨਪੁਰ ਬੇਬੇ ਨਾਨਕੀ ਜੀ ਦੇ ਪਾਸ ਜਿਹੜੇ ਸੀਗੇ ਉਹ ਦੁਬਾਰਾ ਪਹੁੰਚੇ। ਜਦ ਦੁਬਾਰਾ ਪਹੁੰਚੇ ਅਤੇ ਇਹਨਾਂ ਦੇ ਦੁਬਾਰਾ ਆਉਣ ਦੀ ਖੁਸ਼ੀ ਦੇ ਵਿੱਚ ਸੁਲਤਾਨਪੁਰ ਫਿਰ ਬਹੁਤ ਸਾਰੀਆਂ ਰੌਣਕਾਂ ਲੱਗੀਆਂ। ਪਰ ਬੇਬੇ ਨਾਨਕੀ ਜੀ ਦਾ ਮਨ ਜਿਹੜਾ ਸੀਗਾ ਇਹਨਾਂ ਰੌਣਕਾਂ ਵਿੱਚ ਹੁੰਦਿਆਂ ਹੋਇਆਂ ਵੀ ਆਪਣੇ ਵੀਰ ਦੇ ਦਰਸ਼ਨਾਂ ਨੂੰ ਤਰਸਦਾ ਸੀਗਾ, ਔਰ ਮਨ ਹੀ ਮਨ ਇਹ ਅਰਜ਼ੋਈ ਕਰਦਾ ਸੀਗਾ ਕਿ ਉਹ ਕਦ ਦਿਨ ਆਵੇਗਾ ਜਦੋਂ ਇਹਨਾਂ ਦੇ ਵੀਰ ਜਿਹੜੇ ਸੀ ਦੂਸਰੀ ਦਾਸੀ 'ਚ ਗਏ ਹੋਏ ਵਾਪਸ ਆਉਣਗੇ। ਅਤੇ ਜਦ ਵਾਪਸ ਆਉਣਗੇ ਫਿਰ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਦੇ ਜਿਹੜੇ ਹਿਰਦੇ ਨੂੰ ਠੰਡ ਪਊਗੀ। ਇਹ ਆਦਿਕ ਜਿਹੜੀਆਂ ਸੀ ਅਰਦਾਸਾਂ ਇਹ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਦੇ ਅੰਦਰ ਜਿਹੜੀਆਂ ਸੀਗੀਆਂ ਹਮੇਸ਼ਾ ਚੱਲਦੀਆਂ ਰਹਿੰਦੀਆਂ ਸੀਗੀਆਂ। ਪਰ ਇੱਕ ਦਿਨ ਉਹ ਵੀ ਜਦ ਦਿਨ ਆਇਆ ਜਦੋਂ ਜਿਹੜੀ ਸੀ ਹਵਾ ਬੜੀ ਸੁਹਾਵਣੀ ਚੱਲੀ, ਅਤੇ ਇਸ ਸੁਹਾਵਣੀ ਹਵਾ ਦੇ ਵਿੱਚ ਜਿਹੜੀ ਸੀ ਜਦ ਇਹ ਖਬਰ ਜਿਹੜੀ ਸੀ ਬੇਬੇ ਨਾਨਕੀ ਨੂੰ ਪਤਾ ਲੱਗੀ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਾਲਾ ਅਤੇ ਮਰਦਾਨਾ ਸਮੇਤ ਸੁਲਤਾਨਪੁਰ ਪਹੁੰਚ ਰਹੇ ਆ, ਬਸ ਇਹ ਖਬਰ ਸੁਣਦਿਆਂ ਸਾਰੀ ਬੇਬੇ ਨਾਨਕੀ ਜਿਹੜੇ ਸੀ ਉਹ ਖੁਸ਼ੀ 'ਚ ਫੁੱਲ ਨਹੀਂ ਸੀ ਸਮਾਉਂਦੇ। ਸੋ ਦਾਸ ਇੰਨੇ ਹੀ ਵਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।